गुरु जी की साजी नवाजी। गुरु रूप गुरु प्यारी साध संगत जी। वाहिगुरु जी का खालसा, वाहिगुरु जी की फतेह। सच्चे पातशाह गुरबाणी गुरु विच आपां नूं समझाउंदे ने कि इस लोक विच आके ਜਦੋਂ ਸਾਡਾ ਮਨ ਤ੍ਰੈ ਗੁਣਾਂ ਦੇ ਵਿੱਚ ਆ ਜਾਂਦਾ ਹੈ, ਵਿਚਾਰਾਂ 'ਚ ਆ ਜਾਂਦਾ ਹੈ, ਫਿਰ ਇੱਧਰ ਇਹ ਮਾਇਆ ਦੇ ਨਾਲ ਪਿਆਰ ਮੋਹ ਹੇਤ ਇਹਦੇ ਨਾਲ ਫਿਰ ਇਹ ਬਹੁਤ ਜ਼ਿਆਦਾ ਪਿਆਰ ਅੱਗੇ ਦੀ ਅੱਗੇ ਵਧਾਈ ਜਾਂਦਾ ਹੈ। ਬੱਚਿਆਂ ਨਾਲ ਹੇਤ ਪਾਲਿਆ, ਸੰਸਾਰੀ ਧਨ ਦੇ ਨਾਲ, ਪਦਾਰਥਾਂ ਦੇ ਨਾਲ ਹੇਤ ਪਾਲੀ ਆ। ਬਾਕੀ ਦਾ ਸਾਰਾ ਕੁਝ ਕਹਿੰਦਾ ਹੈ ਕਿ ਮੇਰਾ ਹੈ, ਇਹ ਮੇਰੇ ਬੱਚੇ ਨੇ, ਇਹ ਮੇਰਾ ਘਰ-ਬਾਰ ਹੈ, ਇਹ ਮੇਰੀ ਧਨ ਦੌਲਤ ਹੈ। ਸਿਰਫ ਜੋ ਪਰਮਾਤਮਾ ਨਿਰੰਕਾਰ ਵਾਹਿਗੁਰੂ, ਉਹਨੂੰ ਇਸ ਨੇ ਪਰਾਇਆ ਕਰ ਦਿੱਤਾ। ਮਹਾਰਾਜ ਫਰਮਾਉਂਦੇ ਨੇ, ਸੁਤ ਕੰਚਨ ਸਿਉ ਹੇਤ ਵਧਾਇਆ, ਸਭ ਕਿਛ ਆਪਣਾ ਇੱਕ ਰਾਮ ਪਰਾਇਆ। ਸੁਤ ਕਹਿੰਦੇ ਬੱਚਿਆਂ ਨੂੰ, ਕੰਚਨ ਸੋਨਾ, ਸੰਸਾਰ ਦੇ ਪਦਾਰਥ, ਇਹਨਾਂ ਨਾਲ ਹੇਤ ਵਧਾ ਲਿਆ, ਇਹਨਾਂ ਨਾਲ ਪਿਆਰ ਵਧਾ ਲਿਆ। ਇਹਨਾਂ ਨੂੰ ਕਹਿੰਦਾ ਸਾਰਾ ਕੁਛ ਮੇਰਾ ਹੈ। ਜੋ ਮਾਲਕ ਹੈ ਪਰਮਾਤਮਾ ਰਾਮ ਵਾਹਿਗੁਰੂ, ਉਸ ਨੂੰ ਪਰਾਇਆ ਕਰ ਦਿੱਤਾ। ਹੁਣ ਮਹਾਰਾਜ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਵੀ ਇਸੇ ਹੇਤ ਦੇ ਵਿੱਚ, ਮੋਹ ਦੇ ਵਿੱਚ ਜਿਹੜਾ ਮਨ ਹੈ ਭਰਮ ਦੇ ਵਿੱਚ ਸੁੱਤਾ ਪਿਆ। ਫਰਮਾਉਂਦੇ ਨੇ, ਮਨ ਮੁਖ ਸੂਤਾ ਮਾਇਆ ਮੋਹ ਪਿਆਰ। ਬਈ ਇਹ ਮਾਇਆ ਦੇ ਮੋਹ ਦੇ ਵਿੱਚ, ਮਾਇਆ ਦੇ ਹੇਤ ਦੇ ਵਿੱਚ ਸਾਡੇ ਮਨ ਸੀ ਜਿਹੜੇ ਸੌਂ ਗਏ। ਹੁਣ ਇਹ ਜਿਹੜਾ ਹੇਤ ਹੈ ਮੋਹ, ਇਸ ਨੂੰ ਰੋਗ ਕਹਿੰਦੇ। ਤੇ ਇਸ
ਹੇਤ ਰੋਗ ਦਾ ਸਾਰਾ ਸੰਸਾਰ ਹੀ ਰੋਗੀ। ਇੱਕ ਰੋਗ ਹੈ ਇਹ ਜਿਹੜਾ ਸਭ ਨੂੰ ਲੱਗੀ ਹੈ। ਮਾਰੇ ਫਰਮਾਉਂਦੇ ਹੇਤ ਰੋਗ ਕਾ ਸਗਲ ਸੰਸਾਰ। ਇਹ ਜਿਹੜਾ ਹੇਤ ਕਹਿੰਦੇ ਰੋਗ, ਇਹ ਸਾਰੇ ਜਗਤ ਨੂੰ ਲੱਗੇ ਹੈ, ਸਾਰੇ ਸੰਸਾਰ ਨੂੰ ਲੱਗੀ ਹੈ। ਹੁਣ ਇਹੋ ਫਿਰ ਮੋਹ ਹੈ ਜਿਹੜਾ ਹੇਤ, ਇਹ ਸਾਡੇ ਮਨਾਂ ਦੇ ਗਲਾਂ ਦੇ ਵਿੱਚ ਫਾਹੀ ਬਣ ਕੇ ਚੁੰਬੜ ਜਾਂਦਾ ਹੈ। ਇਸ ਨੂੰ ਫਿਰ ਕਹਿੰਦੇ ਵੀ ਇਹ ਭਰਮ ਦੀ ਖੂਹੀ ਹੈ ਜਿਹਦੇ ਵਿੱਚ ਸਾਡਾ ਮਨ ਡਿੱਗਿਆ ਹੈ, ਅਤੇ ਜਿਹੜਾ ਮੋਹ ਸੀ ਉਹ ਗਲ ਦੇ ਵਿੱਚ ਫਾਸੀ ਬਣ ਕੇ ਪੈ ਗਏ ਸਭ ਦੇ। ਮਾਰੇ ਫਰਮਾਉਂਦੇ ਭਰਮ ਕੀ ਗੂਈ, ਤ੍ਰਿਸ਼ਨਾ ਰਸ ਪੰਕਜ ਅਤ ਤਰੀਖਣ ਮੋਗੀ ਵਾਸ। ਇਹਨਾਂ ਪੰਜਾਂ ਦੇ ਵਿੱਚੋਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਇਹਨਾਂ ਦੇ ਵਿੱਚੋਂ ਸਭ ਤੋਂ ਵੱਧ ਜਿਹੜਾ ਤਾਕਤਵਰ ਹੈ ਉਹ ਇਹ ਮੋਹ ਹੈ। ਸਭ ਤੋਂ ਪਹਿਲਾਂ ਜਦੋਂ ਆਪਾਂ ਇਸ ਸੰਸਾਰ ਦੇ ਵਿੱਚ ਆਉਂਦੇ ਹਾਂ, ਸਾਨੂੰ ਇਹ ਮੋਹ ਹੀ ਲੱਗਦਾ। ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਸਭ ਦੇ ਵਿੱਚੋਂ ਬਾਅਦ ਚੋਂ ਜਾਂਦਾ ਹੈ। ਹੁਣ ਜਿਉਂ ਹੀ ਅਸੀਂ ਇਸ ਸੰਸਾਰ ਦੇ ਵਿੱਚ ਆਏ, ਸਭ ਤੋਂ ਪਹਿਲਾਂ ਬੱਚਾ ਜਦੋਂ ਉਹਦਾ ਜਨਮ ਹੁੰਦਾ ਹੈ, ਇਹ ਜਿਹੜਾ ਮੋਹ ਹੈ ਇਹ ਮੋਹ ਪਕੜਦਾ ਪਹਿਲਾਂ ਸਾਡੇ ਮਨ। ਮਾਰੇ ਫਰਮਾਉਂਦੇ ਪਹਿਲੇ ਪਿਆਰ ਲਗਾ ਥਣ ਦੁੱਧ। ਵੀ ਜਿਉਂ ਹੀ ਇੱਧਰ ਆਏ, ਸਭ ਤੋਂ ਪਹਿਲਾਂ ਜਿਹੜਾ ਪਿਆਰ ਸੀ ਮੋਹ ਲੱਗਿਆ ਅਤੇ ਉਹ ਦੁੱਧ ਦੇ ਨਾਲ। ਫਿਰ ਆਪਾਂ ਨੂੰ ਸਮਝਾਉਂਦੇ ਵੀ ਇਹ ਸਭ ਤੋਂ ਪਹਿਲਾਂ ਮੋਹ ਲੱਗਦਾ, ਮੋਲ ਮੋਹ ਕਰਤੇ ਜਗਤ ਪਾਇਆ। ਹੁਣ ਇਹ ਮੋਹ ਜਿਹੜਾ ਫਿਰ ਇਸ ਸਾਡੇ ਮਨ ਨੂੰ ਚੁੰਬੜਦਾ ਹੈ ਕਿ ਅਸੀਂ ਸਾਰੀਆਂ ਚੀਜ਼ਾਂ ਨੂੰ, ਇੱਧਰ ਵਸਤੂਆਂ ਨੂੰ, ਮਾਇਆ ਨੂੰ ਆਪਦਾ ਸਮਝਣਾ ਸ਼ੁਰੂ ਕਰ ਦਿੰਦੇ। ਫਿਰ ਮਾਰੇ ਦੱਸਦੇ ਵੀ ਇਹ ਭਰਮ ਦੇ ਵਿੱਚ ਤੁਸੀਂ ਪੈ ਗਏ ਹੋ। ਇਹ ਸੰਸਾਰ ਦੇ ਵਿੱਚ ਸਿਰਫ ਸਾਡਾ ਸੰਜੋਗ ਹੈ ਪਿਛਲਾ, ਅਸੀਂ ਸੰਜੋਗੀ ਇਕੱਠੇ ਹੋਏ, ਨਾ ਕਿਸੇ ਦਾ ਕੋਈ ਪੁੱਤ ਹੈ ਅਤੇ ਨਾ ਕੋਈ ਕਿਸੇ ਦੀ ਮਾਂ ਹੈ। ਮਹਾਰਾਜ ਦੱਸਦੇ ਨਾ ਕਿਸਕਾ ਪੂਤ ਨਾ ਕਿਸਕੀ ਦੀ ਮਾਇਆ, ਜਿਹੜੀ ਬਈ ਇਹ ਸਿਰਫ ਝੂਠੇ ਭਰਮ ਦੇ ਵਿੱਚ ਸਾਡਾ ਮਨ ਸੀ ਜਿਹੜੇ ਬੰਧਨਾਂ 'ਚ ਵੱਜ ਗਏ। ਇਸ ਲਈ ਮਹਾਰਾਜ ਦੱਸਦੇ ਨਾ ਕਿਸਕਾ ਪੂਤ ਨਾ ਕਿਸਕੀ ਮਾਈ, ਵੀ ਨਾ ਕੋਈ ਮਾਂ ਨਾ ਕੋਈ, ਅਤੇ ਇਹ ਸਿਰਫ ਝੂਠੇ ਭਰਮ ਭੁਲਾਈ। ਨਾ ਕਿਸਕਾ ਪੂਤ ਨਾ ਕਿਸਕੀ ਮਾਈ, ਝੂਠੇ ਮੋਹ ਭਰਮ ਭੁਲਾਈ। ਬਈ ਇਹ ਸਾਡਾ ਜਿਹੜਾ ਮਨ ਸੀ ਭਰਮ ਦੇ ਵਿੱਚ, ਝੂਠੇ ਬੰਧਨਾਂ ਦੇ ਵਿੱਚ ਵੱਜ ਗਿਆ। ਹੁਣ ਵੱਜਿਆ ਹੋਇਆ ਹੀ ਫਿਰ ਇਹ ਦੁਖੀ ਹੁੰਦਾ ਹੈ। ਇਸ ਲਈ ਮਹਾਰਾਜ ਕਹਿੰਦੇ ਵੀ ਇਹ ਹੇਤ ਜਿਹੜਾ ਰੋਗ, ਇਹ ਸਾਰੇ ਜਗਤ ਨੂੰ ਲੱਗੀ ਹੈ, ਸਭ ਨੂੰ ਇਸ ਨੇ ਪਕੜਿਆ ਹੋਇਆ। ਹੁਣ ਇਸ ਨੂੰ ਕੱਟਣ ਵਾਸਤੇ ਫਿਰ ਆਪਾਂ ਇਹ ਸਿਮਰਨ ਕਰਦੇ ਹਾਂ, ਸਤ ਸੰਗਤ ਦੇ ਵਿੱਚ ਆਉਂਦੇ ਹਾਂ, ਤਾਂ ਕਿ ਜਿਹੜੇ ਸਾਡੇ ਮਨ ਦੇ ਬੰਧਨ ਬਣ ਗਏ, ਇਹ ਸਾਡੇ ਬੰਧਨ ਕੱਟੇ ਜਾਣ। ਜਿਹੜਾ ਇਹ ਮੋਹ ਸਾਡੇ ਗਲਾਂ ਦੇ ਵਿੱਚ ਫਾਹੀ ਬਣ ਕੇ ਪਿਆ ਹੈ, ਇਹਨੂੰ ਸਿਲਕ ਕਹਿੰਦੇ, ਅਤੇ ਇਹ ਸਿਲਕ ਸਾਡੀ ਰੱਸੀ ਕੱਟੀ ਜਾਵੇ। ਜਦੋਂ ਹੁਣ ਆਪਾਂ ਸਾਰੇ ਇਕੱਠੇ ਹੋ ਕੇ ਇਹ ਸਿਮਰਨ ਅਭਿਆਸ ਕਰਦੇ ਹਾਂ, ਉਦੋਂ ਫਿਰ ਗੁਰਬਾਣੀ 'ਚ ਕਹਿੰਦੇ ਵੀ ਇਹ ਸਾਰੇ ਭਗਤਾਂ ਦੀ ਭੀੜ ਇਕੱਠੀ ਹੋ ਕੇ ਇਹ ਜੋ ਸਿਮਰਨ ਕਰਦੇ, ਜਿਹੜੀ ਮੋਹ ਦੀ ਫਾਸੀ ਹੈ, ਫਾਹੀ ਨੂੰ ਕੱਟ ਰਹੇ।
ਮਾਰੇ ਫਰਮਾਉਂਦੇ ਭਗਵਤ ਭੀਰ, ਸਗਤ ਸਿਮਰਨ ਕੀ ਕਾਟੀ ਕਾਲ ਪੈ ਫਾਸੀ। ਵੀ ਜਿਉਂ ਜਿਉਂ ਅਸੀਂ ਇਹ ਸਿਮਰਨ ਕਰਾਂਗੇ ਤੇ ਉਹਦੇ ਸਾਡੀ ਇਹ ਫਾਸੀ ਕੱਟੀ ਜਾਣੀ। ਹੁਣ ਜਦ ਤੱਕ ਆਪਾਂ ਸਿਮਰਨ ਕਰਦੇ ਨਹੀਂ, ਗੁਰੂ ਦੀ ਮੱਤ ਲੈਂਦੇ ਨਹੀਂ, ਉਹਨਾਂ ਸਮਾਂ ਅਸੀਂ ਇਹ ਫਾਹੀ ਨੂੰ ਕੱਟਦੇ ਨਹੀਂ, ਸਗੋਂ ਤੇ ਅਸੀਂ ਹੋਰ ਇਹ ਫਾਹੀ ਨੂੰ ਟੈਟ ਕੀਤੀ ਜਾਂਦੀ ਹੈ। ਜਿਉਂ ਜਿਉਂ ਇਹ ਸੰਸਾਰ ਦੇ ਵਿੱਚ ਅਸੀਂ ਪਸਾਰਾ ਵਧਾਉਂਦੇ ਹਾਂ, ਜਿਉਂ ਜਿਉਂ ਸਾਡੇ ਵਿਚਾਰ ਵੱਧਦੇ, ਤੇ ਉਹਦੇ ਮੋਹ ਦੀਆਂ ਤੰਦਾਂ ਜਿਹੜੀਆਂ ਵੀ ਵੱਧਦੀਆਂ ਜਾਂਦੀਆਂ ਨੇ ਅੱਗੇ ਦੀ ਅੱਗੇ। ਇਸ ਵਾਸਤੇ ਆਪਾਂ ਸੰਸਾਰ 'ਚ ਦੇਖਦੇ ਹਾਂ ਵੀ ਜਿਵੇਂ ਪਹਿਲਾਂ ਜੀਵ ਨੂੰ ਆਪਦੇ ਬੱਚਿਆਂ ਦੇ ਨਾਲ ਮੋਹ ਹੁੰਦਾ ਹੈ, ਫਿਰ ਉਹ ਬਜ਼ੁਰਗ ਹੋ ਜਾਂਦਾ ਹੈ ਤੇ ਫਿਰ ਕਹਿੰਦਾ ਜਿਹੜੇ ਮੇਰੇ ਪੋਤੇ ਪੋਤੀਆਂ ਉਹਨਾਂ ਦੇ ਨਾਲ ਮੇਰਾ ਜ਼ਿਆਦਾ ਪਿਆਰ ਹੈ। ਉਹ ਵੀ ਕੀ ਗਾਂ ਦੀ ਗਾਂ ਤੰਦੀ ਹੋਰ ਵੱਧਦੀ ਜਾਂਦੀ ਹੈ, ਉਹ ਹੋਰ ਗਾਂ ਦੀ ਗਾਂ ਜਿਹੜਾ ਮੋਹ ਉਹ ਵੱਧਦਾ ਜਾਂਦਾ। ਸੋ ਐਸੀ ਅਵਸਥਾ ਦੇ ਵਿੱਚ ਫਿਰ ਆਪਾਂ ਨੂੰ ਸਮਝਾਉਂਦੇ ਵੀ ਜਿਹਨੂੰ ਅਸੀਂ ਪਿਆਰ ਕਹਿੰਦੇ ਇਹ ਮੋਹ ਹੀ ਹੁੰਦਾ ਹੈ ਇਸ ਸੰਸਾਰ ਦੇ ਵਿੱਚ, ਜਿਹਦੇ ਵਿੱਚ ਫਿਰ ਅਸੀਂ ਵੱਜੇ ਹੋਏ ਦੁਬਾਰਾ ਵਾਪਸ ਫਿਰ ਮੁੜ ਮੁੜ ਕੇ ਆਕਾਰਾਂ ਦੇ ਵਿੱਚ ਆਉਂਦੇ। ਆਪਾਂ ਨੂੰ ਫਿਰ ਸਮਝਾਉਂਦੇ ਬਈ ਜੇ ਹੁਣ ਅਸੀਂ ਇਹ ਬੰਧਨਾਂ ਨੂੰ ਕੱਟ ਲਈਏ ਤੇ ਸਾਡਾ ਮਨ ਆਜ਼ਾਦ ਹੋ ਜਾਵੇ ਤੇ ਅਸੀਂ ਜੀਵਨ ਮੁਕਤ ਹੋ ਸਕਦੇ। ਹੁਣ ਜਦੋਂ ਫਿਰ ਆਪਾਂ ਸਿਮਰਨ ਕਰਦੇ, ਗੁਰੂ ਦੀ ਮੱਤ ਦੁਆਰਾ ਚੱਲਦੇ, ਸਤਿਗੁਰੂ ਫਿਰ ਇਹ ਆਪਣੇ ਜਿਹੜੇ ਬੰਧਨ, ਇਹ ਜਿਹੜੀ ਫਾਸੀ ਪਈ ਸਾਡੇ ਗਲਾਂ 'ਚ ਫਿਰ ਇਹ ਕੱਟ ਦਿੰਦੇ। ਮਹਾਰਾਜ ਫਰਮਾਉਂਦੇ ਨੇ ਸਤਿਗੁਰ ਸਿੱਖ ਕੀ ਬੰਧਨ ਕਾਟੀ, ਗੁਰ ਕਾ ਸਿੱਖ ਵਿਕਾਰ ਤੇ ਹਟੀ। ਮਹਾਰਾਜ ਦੱਸਦੇ ਵੀ ਸਤਿਗੁਰੂ ਜਦੋਂ ਆਪਾਂ ਇਹਨਾਂ ਦੀ ਸ਼ਰਨ 'ਚ ਆ ਜਾਂਦੇ ਹਾਂ, ਆਪਾਂ ਸਮਰਪਣ ਕਰ ਦਿੰਦੇ ਹਾਂ, ਅਭਿਆਸ ਸਿਮਰਨ ਕਰਦੇ ਹਾਂ ਤੇ ਸਤਿਗੁਰੂ ਆਪਣੇ ਬੰਧਨ ਕੱਟ ਦਿੰਦੇ ਨੇ। ਹੁਣ ਇਹ ਬੰਧਨ ਕਿਹਨਾਂ ਦੇ ਕੱਟੇ ਜਾਂਦੇ? ਜਿਨ੍ਹਾਂ ਨੂੰ ਫਿਰ ਇਹ ਸਤ ਸੰਗਤ ਮਿਲਦੀ ਹੈ, ਜਿਨ੍ਹਾਂ ਨੂੰ ਸਾਧੂ ਜਨਾਂ ਦਾ ਸੰਗ ਹੁੰਦਾ ਹੈ। ਮਾਰੇ ਫਰਮਾਉਂਦੇ ਟੂਟੇ ਬੰਧਨ ਜਾਸ ਕੀ, ਹੋਆ ਸਾਧੂ ਸੰਗ। ਵੀ ਜਦੋਂ ਸਾਨੂੰ ਸਾਧੂ ਜਨਾਂ ਦਾ ਸੰਗ ਹੁੰਦਾ ਹੈ, ਸਾਡੇ ਜਿਹੜੇ ਬੰਧਨ ਇਹ ਬੰਧਨ ਕੱਟੇ ਜਾਂਦੇ। ਹੁਣ ਬੰਧਨ ਕੀ ਨੇ? ਇਹ ਸਾਡੇ ਜਿਹੜੇ ਵਿਚਾਰ ਨੇ, ਇਹ ਵਿਚਾਰ ਸਾਡੇ ਬੰਧਨ। ਵਿਚਾਰਾਂ ਦੇ ਵਿੱਚ ਹੀ ਅਸੀਂ ਫਿਰ ਬੰਧਨਾਂ ਦੇ ਵਿੱਚ ਵੱਜੇ ਹੋਏ ਇੱਕ ਦੂਸਰੇ ਨੂੰ ਕਹਿੰਦੇ ਹਾਂ ਵੀ ਅਸੀਂ ਤੁਹਾਨੂੰ ਬਹੁਤ ਪਿਆਰ ਕਰਦੇ ਹਾਂ, ਤੇ ਉਹਨਾਂ ਬੰਧਨਾਂ ਦੇ ਵਿੱਚ ਵੱਜਿਆ ਹੋਇਆ ਹੀ ਫਿਰ ਜੀਵੇ ਕਰਮ ਕਰਦਾ ਹੈ ਸੰਸਾਰ ਦੇ ਵਿੱਚ, ਮੋਹ ਦੇ ਵਿੱਚ ਪੈ ਕੇ ਫਿਰ ਹੋਰ ਲੋਭੀ ਹੋ ਜਾਂਦਾ ਹੈ। ਇਸ ਵਾਸਤੇ ਫਿਰ ਦੱਸਦੇ ਮਹਾਰਾਜ ਜੀ ਕਹਿੰਦੇ ਵੀ ਬੰਧਨ ਕੀ? ਬੰਧਨ ਮਾਤ ਪਿਤਾ ਸਹਿ ਸਾਰਾ। ਵੀ ਮਾਤਾ ਪਿਤਾ ਇਹ ਸੰਸਾਰ ਇਹ ਸਭ ਸਾਡੇ ਮਨ ਦੇ ਬੰਧਨ ਬਣ ਗਏ। ਫਿਰ ਬੰਧਨਾਂ ਦੇ ਵਿੱਚ ਵੱਜਿਆ ਹੋਇਆ ਹੀ ਇਹ ਕਰਮ ਕਰਦਾ ਹੈ। ਬੰਧਨ ਮਾਤ ਪਿਤਾ ਸੋਤੇਦਾਰਾ। ਮਾਰੇ ਕਹਿੰਦੇ ਫਿਰ ਬੰਧਨਾਂ ਦੇ ਵਿੱਚ ਪਿਆ ਹੀ ਬੰਧਨ ਕਰਮ ਧਰਮ ਹਉ ਕਰਤਾ। ਫਿਰ ਇਹਨਾਂ ਬੰਧਨਾਂ ਦੇ ਵਿੱਚ ਵੱਜਿਆ ਹੋਇਆ ਇਹ ਕਰਤਾ ਹੈ। ਤੇ ਸੱਚੇ ਪਾਤਸ਼ਾਹ ਫਿਰ ਸਮਝਾਉਂਦੇ ਬਈ ਜੇ ਅਸੀਂ ਇਹ ਬੰਧਨਾਂ 'ਚ ਵੱਜੇ ਹੀ ਰਹੀਏ, ਇਸੇ ਕਰਕੇ ਫਿਰ ਅਸੀਂ ਦੁਖੀ ਹੁੰਦੇ ਹਾਂ, ਇਸੇ ਕਰਕੇ ਸਾਡਾ ਮਨ ਅਸ਼ਾਂਤ ਹੁੰਦਾ ਹੈ। ਜਿਵੇਂ ਆਪਾਂ ਸੰਸਾਰ ਦੇ ਵਿੱਚ ਦੇਖਦੇ ਹਾਂ ਬਈ ਜਦੋਂ ਕੋਈ ਹੋਰ ਜੀਵ ਜਾਂਦਾ ਹੈ ਜਿਹੜਾ ਆਪਣੇ ਕੋਈ ਨੇੜੇ ਦਾ ਨਹੀਂ, ਜਾਂ ਆਪਣੇ ਨਾਲ ਇੰਨਾ ਉਸ ਦਾ ਮੋਹ ਨਹੀਂ,
ਉਹ ਜਦੋਂ ਸੰਸਾਰ 'ਚੋਂ ਜਾਂਦਾ ਆਪਾਂ ਨੂੰ ਕੋਈ ਜ਼ਿਆਦਾ ਉਹਦਾ ਦੁੱਖ ਨਹੀਂ ਹੁੰਦਾ ਜਾਣ। ਕਿਉਂ ਨਹੀਂ ਦੁੱਖ ਹੁੰਦਾ? ਕਿਉਂਕਿ ਆਪਾਂ ਉਹਦੇ ਨਾਲ ਬੱਝੇ ਨਹੀਂ ਹੋਏ, ਉਹਦੇ ਨਾਲ ਸਾਡਾ ਹੇਤ ਨਹੀਂ ਹੈ, ਉਹਦੇ ਨਾਲ ਸਾਡਾ ਮੋਹ ਨਹੀਂ ਹੈ। ਅਤੇ ਜਦੋਂ ਸੰਸਾਰ ਦੇ ਵਿੱਚੋਂ ਕੋਈ ਸਾਡਾ ਨਜ਼ਦੀਕੀ ਦਾ ਜਾਂਦਾ ਹੈ, ਜਿਹਦੇ ਨਾਲ ਅਸੀਂ ਮੋਹ ਪਾਇਆ ਹੈ, ਉਦੋਂ ਸਾਨੂੰ ਦੁੱਖ ਹੁੰਦਾ ਹੈ, ਉਦੋਂ ਅਸੀਂ ਪਰੇਸ਼ਾਨ ਹੁੰਦੇ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਦੁਖੀ ਅਸੀਂ ਤਾਂ ਹੀ ਹੁੰਦੇ ਹਾਂ ਜਦੋਂ ਅਸੀਂ ਹੇਤ ਵਧਾਈਏ। ਜੇ ਅਸੀਂ ਇਹੀਓ ਪ੍ਰੇਮ ਪਰਮਾਤਮਾ ਦੇ ਨਾਲ ਪਾਲੀਏ, ਇਹੀਓ ਜਿਹੜਾ ਮੋਹ ਹੈ, ਹੇਤ ਹੈ, ਇਹ ਸਾਡਾ ਮਾਲਕ ਦੇ ਨਾਲ ਲੱਗ ਜਾਵੇ, ਫਿਰ ਸਾਨੂੰ ਸੰਸਾਰ ਦੇ ਵਿੱਚ ਕਿਸੇ ਕਿਸਮ ਦਾ ਕੋਈ ਦੁੱਖ ਨਹੀਂ ਹੁੰਦਾ। ਫਿਰ ਆਪਾਂ ਨੂੰ ਪਤਾ ਲੱਗ ਜਾਂਦਾ ਵੀ ਇਹ ਇੱਕ ਸਾਡਾ ਸੰਜੋਗ ਹੈ। ਸੰਸਾਰ ਦੇ ਵਿੱਚ ਜੇ ਕੋਈ ਜੀਵ ਆਇਆ, ਸਾਡਾ ਸੰਜੋਗੀ ਹੈ, ਮਾਲਕ ਨੇ ਭੇਜਿਆ ਅਤੇ ਉਹ ਆਇਆ। ਅਤੇ ਜਦੋਂ ਉਹ ਚਲਾ ਗਿਆ ਅਤੇ ਉਹਦਾ ਜਿਹੜਾ ਸੰਜੋਗ ਸੀ ਉਹ ਖਤਮ ਹੋ ਗਿਆ, ਮਾਲਕ ਨੇ ਭੇਜਿਆ ਸੀ ਵਾਪਸ ਬੁਲਾ ਲਿਆ, ਅਤੇ ਆਪਾਂ ਨੂੰ ਦੁੱਖ ਨਹੀਂ ਹੋਏਗਾ। ਪਰ ਜੇ ਅਸੀਂ ਇਹ ਖੇਲ ਨੂੰ ਨਹੀਂ ਸਮਝੇ, ਮਾਲਕ ਦੇ ਨਾਲ ਸਾਡੀ ਪ੍ਰੀਤ ਨਹੀਂ, ਫਿਰ ਅਸੀਂ ਮਾਲਕ ਨੂੰ ਹੀ ਕਹਿਣਾ ਸ਼ੁਰੂ ਕਰ ਦਿੰਦੇ ਹਾਂ ਸੰਸਾਰ 'ਚ। ਜਿਵੇਂ ਆਪਾਂ ਦੇਖਦੇ ਹਾਂ ਵੀ ਰੱਬ ਨੇ ਆ ਬੜਾ ਮਾੜਾ ਕੀਤਾ, ਅਤੇ ਆਪਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਬਈ ਪਰਮਾਤਮਾ ਮਾੜਾ ਨਹੀਂ ਕਰਦਾ ਹੈ, ਉਹਨਾਂ ਨੇ ਤਾਂ ਸਾਨੂੰ ਪਹਿਲਾਂ ਹੀ ਸਾਰਾ ਹੀ ਭੇਜ ਦਿੱਤਾ ਹੋਇਆ ਹੈ। ਇਸ ਸੰਸਾਰ ਦੇ ਮਾਰਗ ਦੇ ਉੱਤੇ ਜਿਸ ਦੇ ਉੱਤੇ ਅਸੀਂ ਚੱਲੇ, ਇਸੇ ਕੋਈ ਵੀ ਜੀਵ ਸਦਾ ਸਥਿਰ ਰਹਿਣ ਵਾਲਾ ਹੈ ਨਹੀਂ ਹੈ। ਮਹਾਰਾਜ ਫਰਮਾਉਂਦੇ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਈ। ਇਸੇ ਕੋਈ ਚੀਜ਼ ਸਥਿਰ ਰਹਿਣ ਵਾਲੀ ਹੈ ਹੀ ਨਹੀਂ। ਅਸੀਂ ਅਗਿਆਨਤਾ ਦੇ ਵਿੱਚ ਉਹਨੂੰ ਸਥਿਰ ਸਮਝ ਲਿਆ ਬਈ ਅਸੀਂ ਸੰਸਾਰ 'ਚ ਆਏ ਹਾਂ ਜਾਂ ਅਸੀਂ ਜਾਣਾ ਨਹੀਂ, ਜਾਂ ਸਾਡੇ ਜਿਹੜੇ ਸੰਜੋਗੀ ਆਏ, ਸੰਗੀ ਸਾਥੀ ਆਏ, ਜਿਨ੍ਹਾਂ ਨਾਲ ਅਸੀਂ ਮੋਹ ਪਾਏ, ਉਹਨਾਂ ਨੇ ਜਾਣਾ ਨਹੀਂ। ਅਤੇ ਜਦੋਂ ਚਲੇ ਜਾਂਦੇ ਅਸੀਂ ਦੁਖੀ ਹੁੰਦੇ ਹਾਂ ਵੀ ਯਾਰ ਰੱਬ ਨੇ ਬੜਾ ਮਾੜਾ ਕੀਤਾ। ਅਤੇ ਆਪਾਂ ਨੂੰ ਤਾਂ ਪਹਿਲਾਂ ਹੀ ਸਮਝਾ ਕੇ ਭੇਜਿਆ ਜਾਂਦਾ ਹੈ। ਪਹਿਲਾਂ ਆਪਾਂ ਇਸ ਲੋਕ 'ਚ ਜਦੋਂ ਆਉਂਦੇ ਹਾਂ, ਇਹਨੂੰ ਮਿਰਤ ਮੰਡਲ ਕਹਿੰਦੇ, ਮਾਤ ਲੋਕ। ਆਪਾਂ ਜਿੱਥੇ ਦੇ ਵਾਸੀ ਪਰਲੋਕ ਦੇ, ਉੱਥੇ ਸਾਤੋਂ ਪਹਿਲਾਂ ਮਰਨ ਲਿਖਾ ਕੇ ਭੇਜਿਆ ਜਾਂਦਾ ਇਸ ਲੋਕ 'ਚ। ਬਈ ਜਿੱਥੇ ਤੁਸੀਂ ਚੱਲੇ ਹੋ, ਤੁਸੀਂ ਇਹ ਨਹੀਂ ਸਮਝਣਾ ਵੀ ਉੱਥੇ ਤੁਸੀਂ ਸਦਾ ਰਹਿਣਾ ਹੈ। ਤੁਹਾਨੂੰ ਸਮਾਂ ਹੈ ਜਿਹੜਾ ਸਵਾਸਾਂ ਦਾ, ਤੁਹਾਨੂੰ ਗਿਣਤੀ ਦਾ ਦਿੱਤਾ ਹੈ। ਤੁਸੀਂ ਇਹ ਸਮਾਂ ਖਤਮ ਹੋਣ ਤੋਂ ਪਹਿਲਾਂ ਆਪਣਾ ਜਿਹੜਾ ਅਸਲ ਘਰ ਹੈ ਉਹਦੀ ਪਹਿਚਾਣ ਕਰਕੇ ਤੁਸੀਂ ਆਪਦੇ ਦੇਸ਼ ਵਾਪਸ ਆ ਜਾਣਾ ਆਪਣੇ ਆਪ ਹੀ। ਹੁਣ ਅਸੀਂ ਪਹਿਲਾਂ ਉੱਥੇ ਮਰਨ ਲਿਖਾ ਕੇ ਦਰਗਾਹ ਪਰਲੋਕ ਦੇ ਵਿੱਚ ਫਿਰ ਇਸ ਲੋਕ ਦੇ ਵਿੱਚ ਆਉਂਦੇ ਹਾਂ। ਮਹਾਰਾਜ ਫਰਮਾਉਂਦੇ ਮਰਨ ਲਿਖਾਈ ਮੰਡਲ ਮੇ ਆਈ। ਪਰ ਇੱਧਰ ਆ ਕੇ ਅਸੀਂ ਮਰਨਾ ਭੁੱਲ ਗਏ। ਇੱਧਰ ਆ ਕੇ ਹੇਤ ਮੋਹ ਇੰਨਾ ਪਾ ਲਿਆ ਮਾਇਆ ਦੇ ਨਾਲ ਕਿ ਅਸੀਂ ਮਰਨਾ ਵਿਸਾਰ ਦਿੱਤਾ, ਭੁੱਲ ਗਏ ਵੀ ਅਸੀਂ ਮਰਨ ਲਿਖਾ ਕੇ ਵੀ ਆਏ ਹਾਂ, ਅਸੀਂ ਫਿਰ ਵਾਪਸ ਜਾਣਾ ਇੱਥੋਂ। ਉਹ ਜਦੋਂ ਅਸੀਂ ਭੁੱਲ ਜਾਂਦੇ ਹਾਂ ਅਤੇ ਫਿਰ ਅਸੀਂ ਇੱਧਰ ਵੈਰ ਵਿਰੋਧ, ਈਰਖਾ, ਨਫ਼ਰਤ ਕਰਨੀ ਸ਼ੁਰੂ ਕਰਦੇ ਹਾਂ। ਇਸ ਲਈ ਫਿਰ ਜਿਹੜਾ ਇਹ ਸਾਨੂੰ ਜੀਵਨ ਮਿਲਿਆ ਪਦਾਰਥ ਦੇ ਰੂਪ ਦੇ ਵਿੱਚ, ਫਿਰ ਅਸੀਂ ਇਸ ਜੀਵਨ ਦਾ ਲਾਹਾ ਨਹੀਂ ਖੱਟਦੇ। ਜਦੋਂ ਵਾਪਸ ਫਿਰ ਸਾਨੂੰ ਬੁਲਾਇਆ ਜਾਂਦਾ ਅਤੇ ਫਿਰ ਅਸੀਂ ਇੱਥੋਂ ਬੇਇੱਜ਼ਤ ਹੋ ਕੇ ਜਾਂਦੇ, ਕੁੱਟ ਖਾਂਦੇ ਜਾਂਦੇ ਜਮਾਂ ਤੋਂ। ਫਿਰ ਉੱਥੇ ਸਾਨੂੰ ਸਜ਼ਾ ਦੇ ਕੇ ਫਿਰ ਵਾਪਸ ਆਕਾਰਾਂ ਦੇ ਵਿੱਚ ਭੇਜ ਦਿੰਦੇ। ਫਿਰ ਜਦੋਂ ਆਕਾਰਾਂ 'ਚ ਜਾਂਦੇ ਫਿਰ ਦੁਖੀ ਹੁੰਦੇ, ਫਿਰ ਰੋਂਦੇ। ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਜਨਮ ਪਦਾਰਥ ਦੁਬਦਾ ਖੋਵੇ
ਆਪ ਨ ਚੀਨਸ ਭਰਮ ਭਰਮ ਰੂਪੇ। ਇੱਥੇ ਜੀਵ ਦੁਵਿਧਾ 'ਚ ਪੈ ਕੇ ਆਪਣਾ ਆਪਾ ਵਿਚਾਰਦਾ ਨਹੀਂ ਹੈ, ਆਪਣਾ ਆਪਾ ਨਹੀਂ ਸਵਾਰਦਾ, ਦੂਜੇ ਨੂੰ ਸਵਾਰੀ ਜਾਂਦਾ, ਦੂਜੇ ਨੂੰ ਸਵਾਰਨ 'ਤੇ ਲੱਗੇ ਹੈ। ਹੁਣ ਅਸੀਂ ਦੂਜੇ ਨੂੰ ਕਦੋਂ ਸਵਾਰਦੇ ਹਾਂ ਅਤੇ ਆਪਦਾ ਕਦੋਂ ਵਿਗਾੜਦੇ ਹਾਂ ਅਤੇ ਆਪਦਾ ਆਪਾ ਅਸੀਂ ਕਿਵੇਂ ਸਵਾਰਨਾ ਹੈ? ਜਦੋਂ ਤਾਂ ਅਸੀਂ ਕਿਸੇ ਦੀ ਨਿੰਦਿਆ ਕਰਦੇ ਹਾਂ, ਕਿਸੇ ਦੇ ਅਸੀਂ ਔਗਣ ਫਰੋਲਦੇ ਹਾਂ, ਕਿਸੇ ਨੂੰ ਅਸੀਂ ਫਿੱਕਾ ਬੋਲਦੇ ਹਾਂ, ਮਾੜੇ ਵਚਨ ਬੋਲਦੇ ਹਾਂ, ਜਿਸ ਦੀ ਅਸੀਂ ਨਿੰਦਿਆ ਕਰਦੇ ਹਾਂ ਉਹਦਾ ਅਸੀਂ ਸਵਾਰੀ ਜਾਂਦੇ ਹਾਂ ਅਤੇ ਆਪਦਾ ਅਸੀਂ ਵਿਗਾੜੀ ਜਾਂਦੇ ਹਾਂ। ਉਹਦੀ ਅਸੀਂ ਮੈਲ ਲਾਈ ਜਾਂਦੇ ਹਾਂ ਅਤੇ ਆਪਦੇ ਉੱਤੇ ਉਹਦੀ ਮੈਲ ਜਿਹੜੀ ਉਹ ਚੜ੍ਹਾਈ ਜਾਂਦੇ ਹਾਂ। ਅਤੇ ਆਪਾਂ ਨੂੰ ਫਿਰ ਸਮਝਾਉਂਦੇ ਸੱਚੇ ਪਾਤਸ਼ਾਹ ਵੀ ਦੂਜੇ ਦਾ ਨਾ ਸਵਾਰੋ, ਤੁਸੀਂ ਆਪਣਾ ਆਪਾ ਸਵਾਰੋ। ਫਿਰ ਆਪਣਾ ਆਪਾ ਅਸੀਂ ਉਦੋਂ ਸਵਾਰਦੇ ਹਾਂ ਜਦੋਂ ਆਪਾਂ ਗੁਰੂ ਦੀ ਮੱਤ ਦੁਆਰਾ ਚੱਲਦੇ ਹਾਂ, ਆਪਾਂ ਨੂੰ ਗਿਆਨ ਹੁੰਦਾ ਹੈ, ਆਪਾਂ ਸਿਮਰਨ ਕਰਦੇ ਹਾਂ, ਫਿਰ ਆਪਾਂ ਆਪਣਾ ਆਪਾ ਸਵਾਰਦੇ। ਜਿਸ ਨੂੰ ਮਹਾਰਾਜ ਕਹਿੰਦੇ ਆਪ ਸਵਾਰੇ ਮੈਂ ਮਿਲੇ, ਮੈਂ ਮਿਲਿਆ ਸੁਖ ਹੋਏ ਫਰੀਦਾ, ਜੇ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਮਹਾਰਾਜ ਕਹਿੰਦੇ ਵੀ ਆਪਣਾ ਆਪਾ ਸਵਾਰੋ, ਵੀ ਕਿਸੇ ਹੋਰ ਨੂੰ ਨਾ ਸਵਾਰਨ 'ਤੇ ਲੱਗੇ ਰਹੋ, ਉਹਦੀ ਨਿੰਦਿਆ ਕਰਕੇ ਉਹਦੀ ਮੈਲ ਨਾ ਲਾਈ ਜਾਓ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਜਦੋਂ ਅਸੀਂ ਫਿਰ ਹੋਰ ਕਿਸੇ ਦੀ ਗੱਲ ਕਰਦੇ ਹਾਂ ਦੂਜੇ ਦੀ, ਉਦੋਂ ਅਸੀਂ ਉਹਦੀ ਮੈਲ ਲਾਈ ਜਾਂਦੇ ਹਾਂ। ਅਤੇ ਜਿਹੜੇ ਇਸ ਤਰ੍ਹਾਂ ਫਿਰ ਜੀਵ ਨਿੰਦਿਆ ਕਰਦੇ ਦੂਸਰਿਆਂ ਦੀ, ਉਹਨਾਂ ਨੂੰ ਕਹਿੰਦੇ ਆਤਮਘਾਤੀ, ਬਈ ਆਪਦੀ ਹੱਤਿਆ ਆਪ ਹੀ ਕਰ ਰਹੇ ਨੇ। ਜਿਵੇਂ ਆਪਾਂ ਸੰਸਾਰ 'ਚ ਦੇਖਦੇ ਕੋਈ ਜੀਵ ਆਤਮ ਹੱਤਿਆ ਕਰ ਲੈਂਦਾ, ਬਹੁਤਾ ਦੁਖੀ ਹੋਇਆ ਆਪਾਂ ਕਹਿ ਦਿੰਦੇ ਵੀ ਮਰ ਗਿਆ, ਆਪਦੇ ਆਪ ਨੂੰ ਹੀ ਖਤਮ ਕਰ ਲਿਆ। ਹੁਣ ਜਿਵੇਂ ਸੰਸਾਰ ਦੇ ਵਿੱਚ ਫਿਰ ਜੀਵ ਉਹਦੀ ਵਿਰੋਧਤਾ ਕਰਦੇ, ਬਈ ਕਹਿੰਦੇ ਵੀ ਇਹਨੇ ਨਿਆਈ ਮੌਤ ਮਰਿਆ, ਵੀ ਆਪਦੇ ਆਪ ਹੀ ਮਰਿਆ, ਇਹਨੇ ਆਪਦੇ ਆਪ ਹੀ ਮੌਤ ਸਹੇੜੀ ਆਪਦੀ, ਵੀ ਕਿਸੇ ਦਾ ਕੋਈ ਦੋਸ਼ ਨਹੀਂ ਇਹਦੇ ਵਿੱਚ, ਇਹਦਾ ਆਪਦਾ ਹੀ ਦੋਸ਼। ਇਸੇ ਤਰ੍ਹਾਂ ਹੀ ਫਿਰ ਜਦੋਂ ਅਸੀਂ ਨਿੰਦਿਆ ਕਰਦੇ ਹਾਂ ਉਦੋਂ ਅਸੀਂ ਆਤਮਘਾਤੀ ਬਣ ਜਾਂਦੇ ਹਾਂ। ਫਿਰ ਜਦੋਂ ਉਹਦੀ ਸਾਨੂੰ ਸਜ਼ਾ ਮਿਲਦੀ, ਫਿਰ ਸਾਨੂੰ ਭੇਦ ਖੁੱਲ੍ਹਦਾ ਵੀ ਅਸੀਂ ਆਪਦੀ ਹੱਤਿਆ ਆਪ ਹੀ ਕੀਤੀ, ਬਈ ਇਹਦੇ ਵਿੱਚ ਕਿਸੇ ਹੋਰ ਦੂਜੇ ਦਾ ਦੋਸ਼ ਨਹੀਂ ਹੈ, ਕਿਸੇ ਹੋਰ ਦਾ, ਅਸੀਂ ਆਪਦੀ ਆਪਣੇ ਆਪ ਹੀ ਆਤਮ ਹੱਤਿਆ ਕਰ ਲੈਂਦੇ ਹਾਂ। ਅਤੇ ਇਸ ਵਾਸਤੇ ਫਿਰ ਮਹਾਰਾਜ ਕਹਿੰਦੇ ਵੀ ਇਹ ਅਵਸਥਾ ਹੈ ਉਸ ਮਨਮੁੱਖ ਦੀ, ਵੀ ਜਿਹਨੂੰ ਗਿਆਨ ਨਹੀਂ ਹੈ, ਜਿਹੜਾ ਅੰਨਾ ਹੈ ਗਿਆਨ ਤੋਂ ਬਿਨਾਂ। ਮਨਮੁਖ ਅੰਧੇ ਸੁਧ ਨ ਕਾਈ, ਆਤਮਘਾਤੀ ਹੈ ਜਗਤ ਕਸਾਈ, ਨਿੰਦਾ ਕਰ ਬਹੁ ਭਾਰ ਉਠਾਵੇ, ਬਿਨ ਮਨਜ਼ੂਰੀ ਭਾਰ ਪਹੁੰਚਾਵਣੇ। ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਨਿੰਦਿਆ ਕਰਨੀ ਇਸ ਤਰ੍ਹਾਂ ਹੈ ਵੀ ਜਿਵੇਂ ਜੀਵ ਆਤਮ ਹੱਤਿਆ ਕਰਦਾ, ਆਪਦੇ ਆਪ ਨੂੰ ਹੀ ਮਾਰ ਰਹੀ ਹੈ। ਸੋ ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਵੀ ਇਹ ਕਰਕੇ ਤੁਸੀਂ ਆਪਣਾ ਆਪਾ ਵਿਗਾੜੋ ਨਾ, ਵੀ ਦੂਸਰਿਆਂ ਦੀ ਨਿੰਦਿਆ ਕਰਕੇ ਉਹਨਾਂ ਦਾ ਭਾਰ ਹੈ ਜਿਹੜਾ ਤੁਸੀਂ ਦਰਗਾਹ 'ਚ ਸੁੱਟਦੇ ਹੋ, ਜਿਹੜਾ ਸਾਨੂੰ ਫਿਰ ਚੁੱਕਣਾ ਪੈਂਦਾ। ਇਸ ਵਾਸਤੇ ਫਿਰ ਆਪਾਂ ਨੂੰ ਇਹ ਸੋਝੀ ਗਿਆਨ ਦਿੰਦੇ ਨੇ ਵੀ ਤੁਸੀਂ ਆਪਣਾ ਆਪਾ ਸਵਾਰੋ। ਜਿਹੜਾ ਸਾਡਾ ਮਨ ਦੁਵਿਧਾ 'ਚ ਚਲਾ ਗਿਆ, ਵੈਰ ਵਿਰੋਧ 'ਚ ਚਲਾ ਗਿਆ, ਜਿਹੜਾ ਇਹਨੂੰ ਫਿਰ ਜਦੋਂ ਇਹ ਦੁਵਿਧਾ 'ਚ ਜਾਂਦਾ ਹੈ ਇਸ ਤਰ੍ਹਾਂ ਫਿਰ ਇਹ ਕਮਜ਼ੋਰ ਹੋ ਜਾਂਦਾ। ਕਮਜ਼ੋਰ ਜਿਹੜਾ ਮਨ ਹੈ ਚਿੱਤ, ਉਹਨੂੰ ਫਿਰ ਛੋਟੀ ਛੋਟੀ ਗੱਲ 'ਤੇ ਗੁੱਸਾ ਹੁੰਦਾ ਹੈ, ਉਹ ਕ੍ਰੋਧੀ ਹੋ ਜਾਂਦਾ ਹੈ, ਛੋਟੀ ਛੋਟੀ ਗੱਲ 'ਤੇ ਚਿੰਤਾ ਕਰਦਾ ਹੈ, ਫਿਕਰ ਕਰਦਾ ਹੈ, ਵੈਰ ਵਿਰੋਧ ਕਰਦਾ ਹੈ। ਇਹ ਜਿਹੜਾ ਕਮਜ਼ੋਰ ਮਨ ਹੈ, ਜਿਹੜਾ ਬੁਰਾ ਬਣ ਚੁੱਕਿਆ, ਉਹਦੇ ਫਿਰ ਇਹ ਲੱਛਣ। ਅਤੇ ਮਹਾਰਾਜ ਕਹਿੰਦੇ ਵੀ ਜਿਹੜਾ ਇਹ ਬੁਰਾ ਬਣ ਗਿਆ, ਬੁਰੇ ਦਾ ਭਲਾ ਕਰੋ।
ਭਲਾ ਕਿਵੇਂ ਕਰੀਏ? ਕਹਿੰਦੇ ਸਿਮਰਨ ਕਰਕੇ, ਗੁਰੂ ਦੀ ਮੱਤ ਲੈ ਕੇ, ਗਿਆਨ ਲੈ ਕੇ ਇਹਨੂੰ ਸੋਝੀ ਦੇਵੋ, ਤਾਂ ਕਿ ਜਿਹੜਾ ਬੁਰਾ ਬਣ ਗਿਆ ਬੁਰੇ ਦਾ ਭਲਾ ਹੋਵੇ। ਮਾਰੇ ਫਰਮਾਉਂਦੇ ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹੰਢਾਈ, ਦੇਹੀ ਰੋਗ ਨਾ ਲੱਗੇ, ਪੱਲੇ ਸਭ ਕੁਛ ਪਾਈ। ਬਈ ਇਹ ਜਿਹੜਾ ਸਾਡਾ ਮਨ ਅਗਿਆਨੀ ਹੋ ਗਿਆ, ਮਨਮੁਖ ਹੋ ਗਿਆ, ਇਸ ਬੁਰੇ ਮਨ ਦਾ ਹੁਣ ਭਲਾ ਕਰਨਾ। ਤੇ ਇਸ ਦਾ ਭਲਾ ਫਿਰ ਹੁੰਦਾ ਹੈ ਜਦੋਂ ਆਪਾਂ ਇਹ ਸਤ ਸੰਗਤ ਕਰਦੇ ਹਾਂ, ਸਿਮਰਨ ਕਰਦੇ ਹਾਂ, ਫਿਰ ਇਹ ਆਪਾਂ ਇਹ ਬੁਰੇ ਮਨ ਦਾ ਭਲਾ ਕਰ ਰਹੇ ਹਾਂ। ਜਿਉਂ-ਜਿਉਂ ਇਸ ਦਾ ਭਲਾ ਹੋਏਗਾ, ਜਿਉਂ-ਜਿਉਂ ਅਸੀਂ ਫਿਰ ਸਿਮਰਨ ਕਰਾਂਗੇ, ਸਾਨੂੰ ਗਿਆਨ ਸੋਝੀ ਹੋਏਗੀ, ਫਿਰ ਤਿਉਂ-ਤਿਉਂ ਸਾਡਾ ਮਨ ਹੈ ਜਿਹੜਾ ਇਹ ਸ਼ੁੱਧ ਹੋਏਗਾ, ਪਵਿੱਤਰ ਹੋਏਗਾ। ਤੇ ਆਉਂਦੇ ਫਿਰ ਸਾਡੇ ਜਿਹੜੇ ਬੰਧਨ ਬਣੇ, ਫਿਰ ਇਹ ਸਾਡੇ ਬੰਧਨ ਕੱਟੇ ਜਾਣੇ। ਫਿਰ ਇਸ ਵਾਸਤੇ ਆਪਾਂ ਨੂੰ ਸਮਝਾਉਂਦੇ ਵੀ ਇਹਨਾਂ ਬੰਧਨਾਂ ਦੇ ਵਿੱਚ ਵੱਜੇ ਹੋਈ ਅਸੀਂ ਮੋਹ ਦੇ ਵਿੱਚ ਵਾਪਸ ਘਰਾਂ ਚਾਹੁੰਦੇ ਹਾਂ। ਬੰਧਨ ਵੱਧਦਾ ਆਵੇ ਜਾਏ, ਬੰਧਨਾਂ 'ਚ ਵੱਜਿਆ ਹੋਇਆ ਹੀ ਮਨ ਇੱਧਰ ਆਉਂਦਾ ਸੰਸਾਰ ਦੇ ਵਿੱਚ ਦੁਬਾਰਾ, ਸਾਨੂੰ ਇਹ ਫਿਰ ਬੰਧਨ ਨੇ ਜਿਹੜੇ ਵਾਪਸ ਮੋੜ ਲਿਆਉਂਦੇ ਨੇ। ਜਿਵੇਂ ਹੁਣ ਸਾਡੇ ਬੰਧਨ ਬਣ ਗਏ ਪਰਿਵਾਰ, ਸੰਸਾਰ, ਘਰ-ਬਾਰ, ਜੇ ਅਸੀਂ ਇਹਨਾਂ ਨੂੰ ਬੰਧਨ ਬਣਾ ਲਿਆ, ਫਿਰ ਸਾਡੇ ਅੰਦਰ ਉਹੀਓ ਵਿਚਾਰ ਚੱਲੀ ਜਾਂਦੇ ਪੁਰਨੇ। ਜਿਹੜੇ ਸਾਡੇ ਅੰਦਰ ਫਿਰ ਇਹ ਵਿਚਾਰ ਚੱਲਦੇ, ਵਿਚਾਰ ਸਾਡੇ ਮਨ ਦੇ ਬੰਧਨ ਬਣ ਗਏ। ਫਿਰ ਇਹ ਵਿਚਾਰ ਨੇ ਜਿਹੜੇ ਸਾਡੇ ਮਨ ਨੂੰ ਉੱਪਰ ਨਹੀਂ ਜਾਣ ਦਿੰਦੇ, ਥੱਲੇ ਨੂੰ ਖਿੱਚ ਲੈਂਦੇ ਨੇ। ਜਿਵੇਂ ਧਰਤੀ ਹੈ, ਧਰਤੀ ਦੀ ਕਸ਼ਿਸ਼ ਹੈ, ਕੋਈ ਚੀਜ਼ ਆਪਾਂ ਤਾਂ ਉਹਨੂੰ ਸੁੱਟਦੇ ਹਾਂ ਥੱਲੇ ਨੂੰ, ਆਪਦੇ ਵੱਲ ਫਿਰ ਖਿੱਚ ਲੈਂਦੀ, ਖਿੱਚੇ ਦੀ ਧਰਤੀ ਦੀ ਥੱਲੇ ਨੂੰ। ਇਸੇ ਤਰ੍ਹਾਂ ਹੀ ਫਿਰ ਇਹ ਜਿਹੜੇ ਵਿਚਾਰ ਨੇ, ਵਿਚਾਰਾਂ ਦੀ ਖਿੱਚ, ਜਿਵੇਂ ਸਰੀਰ ਹੈ, ਸਰੀਰ ਨੂੰ ਵੀ ਧਰਤੀ ਆਖਿਆ, ਇਹ ਸਰੀਰ ਦੀ ਖਿੱਚ ਹੈ, ਇਹ ਸਾਨੂੰ ਥੱਲੇ ਨੂੰ ਖਿੱਚਦੇ ਵਿਚਾਰ ਫੁਰਨੇ ਸਾਡੇ ਮਨ ਨੂੰ। ਹੁਣ ਆਪਾਂ ਨੂੰ ਫਿਰ ਕਹਿੰਦੇ ਵੀ ਜਿਵੇਂ ਧਰਤੀ ਦੀ ਖਿੱਚ ਤੋਂ ਉੱਪਰ ਜਾਣ ਵਾਸਤੇ ਸਾਨੂੰ ਬੜੀ ਸ਼ਕਤੀ ਦੀ ਲੋੜ ਹੈ, ਇਸੇ ਤਰ੍ਹਾਂ ਹੀ ਫਿਰ ਇਹ ਆਪਾਂ ਜਿਹੜਾ ਸ਼ਬਦ ਗੁਰੂ ਹੈ, ਇਹਦਾ ਆਸਰਾ ਲੈਣਾ ਸਾਡੇ ਮਨ ਨੂੰ ਇਹ ਤੋਂ ਉਠਾਉਣ ਵਾਸਤੇ। ਹੁਣ ਇਹ ਜਿਹੜਾ ਆਪਾਂ ਸਿਮਰਨ ਵੀ ਕਰਦੇ ਹਾਂ, ਇਸੇ ਕਰਕੇ ਕਰਦੇ ਹਾਂ ਵੀ ਤਾਂ ਕਿ ਸਾਡਾ ਮਨ ਹੈ ਜਿਹੜਾ ਇਹ ਖਿੱਚ ਤੋਂ ਉੱਪਰ ਉੱਠ ਜੇ। ਉਹਦੇ ਵਾਸਤੇ ਫਿਰ ਆਪਾਂ ਨੂੰ ਉਦਾਹਰਨ ਦਿੱਤੀ ਵੀ ਜਿਵੇਂ ਆਪਾਂ ਇਹ ਮੰਦਰ ਬਣਾਉਂਦੇ ਘਰ, ਵੀ ਉਹਦੇ ਥੱਲੇ ਆਪਾਂ ਥੰਮ ਲਾ ਦਿੰਦੇ ਆਸਰਾ, ਇਸੇ ਤਰ੍ਹਾਂ ਹੀ ਫਿਰ ਮਨ ਨੂੰ ਉੱਪਰ ਉਠਾਉਣ ਵਾਸਤੇ ਇਹਨੂੰ ਸ਼ਬਦ ਦਾ ਆਸਰਾ। ਮਹਾਰਾਜ ਕਹਿੰਦੇ ਜਿਉਂ ਮੰਦਰ ਕੋ ਥਾਮੇ ਥੰਮਣ, ਤਿਉਂ ਗੁਰ ਕਾ ਸ਼ਬਦ ਮਨੇ ਅਸਥਾਮਣ। ਬਈ ਜਦੋਂ ਆਪਾਂ ਇਹਨੂੰ ਸ਼ਬਦ ਦਾ ਆਸਰਾ ਦੇਵਾਂਗੇ ਮਨ ਨੂੰ, ਫਿਰ ਇਹਨਾਂ ਤੋਂ ਉੱਪਰ ਉੱਠੇਗਾ, ਵਿਚਾਰਾਂ ਤੋਂ, ਫੁਰਨਿਆਂ ਤੋਂ, ਫਿਰ ਇਹਦੀ ਖਿੱਚ ਤੋਂ ਬਾਹਰ ਜਾਏਗਾ। ਜਦੋਂ ਬਾਹਰ ਚਲਾ ਗਿਆ ਫਿਰ ਉੱਪਰ ਚਲਾ ਜਾਏਗਾ। ਸੋ ਜਦ ਤੱਕ ਹੁਣ ਇਹ ਵਿਚਾਰ ਨੇ, ਫੁਰਨੇ, ਇਹ ਬੰਧਨ ਬਣ ਗਏ, ਬੰਧਨ ਸਾਨੂੰ ਬਣੇ ਹੋਏ ਉੱਪਰ ਜਾਣ ਨਹੀਂ ਦਿੰਦੇ। ਤਾਈਓ ਫਿਰ ਮਹਾਰਾਜ ਇਹਨਾਂ ਨੂੰ ਕਹਿੰਦੇ ਵੀ ਜਿੰਨੇ ਇਹ ਵਿਚਾਰ ਸਾਡੇ ਅੰਦਰ ਉਗਣ, ਉਨੇ ਹੀ ਫਿਰ ਸਾਡੇ ਪੈਰਾਂ ਦੇ ਵਿੱਚ, ਗਲਾਂ ਦੇ ਵਿੱਚ ਜੰਜੀਰੀਆਂ ਬਣ ਕੇ ਪੈ ਜਾਂਦੇ ਨੇ। ਮਹਾਰਾਜ ਕਹਿੰਦੇ ਨਾਨਕ ਉਗਣ ਜਿਤੜੇ, ਤੇਤੇ ਗਲੀ ਜੰਜੀਰ। ਵੀ ਜਿੰਨੇ ਉਗਣ, ਜਿੰਨੇ ਵਿਚਾਰ ਫੁਰਨੇ, ਉਹਨੇ ਹੀ ਸਾਡੇ ਗਲਾਂ 'ਚ ਫਾਹੀਆਂ ਪੈ ਗਈਆਂ। ਉਨੇ ਹੀ ਇਹ ਜਿਵੇਂ ਸੰਗਲਾਂ ਦੇ ਨਾਲ ਕਿਸੇ ਜੀਵ ਨੂੰ ਨੂੜਿਆ ਹੋਵੇ ਤੇ ਉਹ ਭੱਜ ਨਹੀਂ ਸਕਦਾ, ਕਿਸੇ ਪਾਸੇ ਹਿੱਲ ਨਹੀਂ ਸਕਦਾ। ਇਸੇ ਤਰ੍ਹਾਂ ਹੀ ਫਿਰ ਇਹ ਜਿਹੜੇ ਵਿਚਾਰ ਨੇ, ਇਹ ਸਾਡੇ ਗਲਾਂ ਦੇ ਵਿੱਚ ਜੰਜੀਰੀਆਂ ਬਣ ਕੇ ਪੈ ਗਈਆਂ, ਬੰਧਨ ਬਣ ਗਏ। ਹੁਣ ਜਦ ਤੱਕ ਅਸੀਂ ਇਹਨਾਂ ਨੂੰ ਕੱਟਦੇ ਨਹੀਂ, ਉਹਨਾਂ ਸਮਾਂ ਅਸੀਂ ਇੱਥੋਂ ਵਾਪਸ ਜਾ ਨਹੀਂ ਸਕਦੇ ਆਪਦੇ ਦੇਸ਼ ਨੂੰ, ਆਪਦੇ ਘਰ। ਇਸ ਵਾਸਤੇ ਫਿਰ ਇਹ ਆਪਾਂ ਦਿਨ ਰਾਤ ਜਿਹੜਾ ਇਹ ਅਭਿਆਸ ਕਰਦੇ ਹਾਂ,
ਤਾਂ ਕਿ ਸਾਡੇ ਜਿਹੜੇ ਬੰਧਨ ਨੇ, ਜਿਹੜੀ ਇਹ ਫਾਹੀ ਸਾਡੇ ਗਲਾਂ 'ਚ ਪਈ ਹੈ, ਇਹ ਕੱਟੀ ਜਾਵੇ। ਹੁਣ ਸੱਚੇ ਪਾਤਸ਼ਾਹ ਕਹਿੰਦੇ ਵੀ ਇਹ ਫਾਹੀ ਨੂੰ ਕੱਟਣਾ ਕਿਵੇਂ ਹੈ, ਇੱਥੋਂ ਬਾਹਰ ਜਾਣਾ ਕਿਵੇਂ ਹੈ, ਇਹ ਤਾਂ ਕੋਈ ਵਿਰਲਾ ਗੁਰਮੁਖ ਜਾਣਦਾ ਹੈ। ਪਰ ਜਿਹੜੀ ਇਹਦੇ ਵਿੱਚ ਫਸਣ ਦੀ ਵਿਧੀ ਉਹ ਸਾਰਿਆਂ ਨੂੰ ਆਉਂਦੀ ਹੈ। ਫਾਸੇ ਦੇ ਵਿੱਚ ਜਦੋਂ ਹੀ ਸਾਡਾ ਮਨ ਆਉਂਦਾ ਹੈ, ਸਿੱਧਾ ਹੁਣ ਸਾਰੀ ਇਹਦੇ ਵਿੱਚ ਆ ਕੇ ਫਸ ਜਾਂਦਾ ਹੈ। ਮਾਰੇ ਫਰਮਾਉਂਦੇ ਫਾਸਨ ਕੀ ਬਿਦ ਸਭ ਕੋ ਜਾਣੇ, ਛੂਟਨ ਕੀ ਇੱਕ ਕੋਈ। ਬਈ ਇਹਦੇ ਵਿੱਚ ਬੰਧਨਾਂ 'ਚ ਫਸਣ ਦੀ ਵਿਧੀ ਸਭ ਨੂੰ ਆਉਂਦੀ। ਸਾਰੇ ਜਿਉਂ ਹੀ ਇੱਧਰ ਮਨ ਆਉਂਦਾ, ਆਉਣ ਸਾਰੀ ਫਸ ਜਾਂਦਾ, ਬੰਧਨਾਂ ਦੇ ਵਿੱਚ ਆਉਣ ਸਾਰੀ ਪੈ ਜਾਂਦਾ। ਇੱਧਰ ਜਿਉਂ ਹੀ ਸਵੇਰ ਨੂੰ ਇਹ ਸਰੀਰ 'ਚ ਆ ਕੇ ਆਪਾਂ ਪ੍ਰਵੇਸ਼ ਹੁੰਦੇ, ਆਉਣ ਸਾਰੀ ਇਹ ਸਿੱਧੇ ਹੀ ਆ ਕੇ ਬੰਧਨਾਂ 'ਚ ਵੱਜ ਜਾਂਦਾ। ਇੱਧਰ ਉਹੀਓ ਵਿਚਾਰ, ਉਹੀਓ ਫੁਰਨੇ ਫਿਰ ਚੱਲਣੇ ਸ਼ੁਰੂ ਹੋ ਜਾਂਦੇ। ਸਾਰਾ ਦਿਨ ਜਿਵੇਂ ਮਨਮੁਖ ਜੀਵ ਇੱਧਰ ਸਾਰਾ ਦਿਨ ਵਿਚਾਰਾਂ ਦੇ ਵਿੱਚ ਫੁਰਨਿਆਂ 'ਚ ਦੁਖੀ ਹੋਈ ਜਾਂਦਾ। ਜਦੋਂ ਦੁਖੀ ਹੁੰਦਾ ਹੈ, ਇੱਥੋਂ ਵਾਪਸ ਜਾਣ ਦਾ ਰਾਹ ਵੀ ਭੁੱਲ ਜਾਂਦਾ ਵੀ ਹੁਣ ਮੈਂ ਇੱਥੋਂ ਵਾਪਸ ਜਾਣਾ ਕਿਵੇਂ। ਮਾਲਕ ਦੇਖਦੇ ਬਈ ਇਹਨੂੰ ਭੇਜਿਆ ਤਾਂ ਅਸੀਂ ਕਮਾਈ ਕਰਨ ਵਾਸਤੇ ਪ੍ਰਦੇਸ਼ ਦੇ ਵਿੱਚ, ਇਹ ਤਾਂ ਉੱਥੇ ਜਾ ਕੇ ਵੱਜ ਗਿਆ, ਵਾਪਸ ਵੀ ਨਹੀਂ ਮੁੜਦਾ, ਹੁਣ ਘਰ ਨੂੰ ਆਉਣ ਦਾ ਰਾਹ ਵੀ ਭੁੱਲ ਗਿਆ। ਫਿਰ ਮਾਲਕ ਕਾਲ ਨੂੰ ਹੁਕਮ ਦਿੰਦੇ ਵੀ ਇੱਦਾਂ ਨਹੀਂ ਆਏਗਾ ਵਾਪਸ, ਕਿਉਂਕਿ ਇਹਨੂੰ ਪਤਾ ਹੀ ਨਹੀਂ ਵੀ ਮੈਂ ਇਹਨੂੰ ਛੱਡਣਾ ਕਿਵੇਂ। ਫਿਰ ਇਹਨੂੰ ਕਹਿੰਦੇ ਵੀ ਇਹਨੂੰ ਵਾਪਸ ਭੇਜ। ਜਦੋਂ ਆਪਾਂ ਇਹ ਸਰੀਰ 'ਚ ਆਉਂਦੇ ਹਾਂ, ਹੁਣ ਰਾਤ ਨੂੰ ਜਦੋਂ ਆਪਾਂ ਸੌਣਾ, ਆਪਾਂ ਨੂੰ ਨਹੀਂ ਪਤਾ ਵੀ ਇਹਨੂੰ ਇਸ ਛੱਡਣਾ ਕਿਵੇਂ, ਇਹਨੂੰ ਖਾਲੀ ਕਿਵੇਂ ਕਰਨਾ ਹੈ। ਹੁਣ ਜਦੋਂ ਫਿਰ ਕਾਲ ਨੂੰ ਹੁਕਮ ਦਿੰਦੇ, ਕਾਲ ਫਿਰ ਕੀ ਕਰਦਾ ਹੈ, ਜਿਹੜਾ ਇਹ ਭਵ ਸਾਗਰ ਹੈ ਤ੍ਰੈ ਗੁਣਾਂ ਦਾ, ਜਿੱਥੇ ਵਿਚਾਰ ਚੱਲਦੇ, ਇਹ ਭਵ ਸਾਗਰ ਨੂੰ ਬੰਦ ਕਰ ਦਿੰਦਾ, ਵਿਚਾਰਾਂ ਨੂੰ ਆਪਦੇ 'ਚ ਸਮਾ ਲੈਂਦਾ। ਇਹ ਜਿਹੜੇ ਆਪਣੇ ਦੋ ਨੇਤਰ ਨੇ, ਇਹਨਾਂ ਨੂੰ ਚੰਦ ਤੇ ਸੂਰਜ ਆਖੇ। ਜਿਹੜਾ ਇਹ ਸੱਜਾ ਪਾਸਾ, ਸੱਜੀ ਅੱਖ ਨੂੰ ਸੂਰਜ ਕਹਿੰਦੇ ਨੇ, ਜਿਹੜੀ ਇਹ ਖੱਬੀ ਅੱਖ, ਖੱਬਾ ਨੇਤਰ ਨੂੰ ਚੰਦਰਮਾ ਕਹਿੰਦੇ ਨੇ। ਇਹ ਸੂਰਜ ਨੂੰ ਚੰਦਰਮਾ ਦੇ ਘਰੇ ਕਰਕੇ ਇੱਥੋਂ ਦੀ ਆਪਣੇ ਮਨ ਨੂੰ ਬਾਹਰ ਕੱਢ ਦਿੰਦੇ ਨੇ। ਮਹਾਰਾਜ ਗੁਰਬਾਣੀ 'ਚ ਦੱਸਦੇ, ਰਾਜ੍य ਤਮ ਸਤਕਾਲ ਸਮਾਵੇ, ਸਸੀਅਰ ਕੇ ਘਰ ਸੂਰ ਸਮਾਵੇ, ਜੋਗ ਜੁਗਤ ਕੀ ਕੀਮਤ ਪਾਵੇ। ਹੁਣ ਕਾਲ ਨੂੰ ਇਹ ਆਪਣੇ ਨਾਲ ਰੋਜ਼ ਬੀਤਦੀ। ਜਦੋਂ ਆਪਾਂ ਇਹ ਦੇਹ ਨੂੰ ਛੱਡਦੇ ਹਾਂ, ਇਸੇ ਤਰ੍ਹਾਂ ਆਪਣੇ ਨਾਲ ਰੋਜ਼ ਹੁੰਦਾ ਹੈ, ਜੋ ਇਹ ਗੁਰਬਾਣੀ 'ਚ ਮਹਾਰਾਜ ਆਪਾਂ ਨੂੰ ਦੱਸਦੇ। ਹੁਣ ਜਦੋਂ ਸਾਡੇ ਮਨ ਨੂੰ ਇਹ ਸਰੀਰ 'ਚੋਂ ਕੱਢਦੇ, ਜਿਹੜਾ ਜੀਵ ਨੂੰ ਫਿਰ ਨਾਮ ਦਾ ਭੇਤ ਨਹੀਂ, ਸ਼ਬਦ ਗੁਰੂ ਦਾ ਭੇਤ ਨਹੀਂ ਹੈ, ਆਪਣਾ ਜਿਹੜਾ ਦੇਸ਼ ਹੈ ਪਰਲੋਕ, ਤੇ ਇਸ ਲੋਕ ਦੇ ਸੈਂਟਰ ਦੇ ਵਿੱਚ ਭਵ ਸਾਗਰ ਪੈਂਦਾ। ਉਹ ਜਿਹੜਾ ਭਵ ਸਾਗਰ ਹੈ, ਉਸ ਨੂੰ ਆਪਾਂ ਸ਼ਬਦ ਦੁਆਰਾ, ਨਾਮ ਦੁਆਰਾ ਪਾਰ ਕਰਨਾ ਹੁੰਦਾ ਹੈ। ਮਹਾਰਾਜ ਜਿਸ ਨੂੰ ਕਹਿੰਦੇ ਨੇ ਭਵ ਜਲ ਬਿਖਮ ਅਸਗਾਹੋ, ਗੁਰ ਸ਼ਬਦੀ ਪਾਰ ਪਾਹੀ। ਹੁਣ ਜਿਹੜਾ ਮਨਮੁਖ ਜੀਵ ਹੈ, ਉਹਨੂੰ ਸ਼ਬਦ ਗੁਰੂ ਦਾ ਨਹੀਂ ਪਤਾ, ਉਹਨੂੰ ਨਾਮ ਦਾ ਨਹੀਂ ਪਤਾ, ਉਹ ਸਿੱਧਾ ਹੀ ਉਹ ਭਵ ਸਾਗਰ ਦੇ ਵਿੱਚ ਜਾ ਡਿੱਗਦਾ ਹੈ। ਹੁਣ ਉਹ ਜਿਹੜਾ ਭਵ ਸਾਗਰ ਹੈ, ਉਹ ਐਡਾ ਵੱਡਾ ਹੈ, ਜਿਹਦਾ ਕੋਈ ਕੰਢੀ ਕਿਨਾਰਾ ਨਜ਼ਰ ਨਹੀਂ ਆਉਂਦਾ। ਉੱਥੇ ਅੰਧਕੂਪ, ਹਨੇਰਾ ਹੀ ਹਨੇਰਾ, ਕੁਛ ਦਿਖਾਈ ਨਹੀਂ ਦਿੰਦਾ। ਉਹਦੇ ਵਿੱਚ ਫਿਰ ਮਨਮੁਖ ਜੀਵ ਹੈ ਜਿਹੜਾ, ਉਹ ਰੋਜ਼ ਡਿੱਗਦਾ ਤੇ ਰੋਜ਼ ਡੁੱਬਦਾ। ਮਹਾਰਾਜ ਦੱਸਦੇ, ਮਾਇਆ ਮੋਹ ਅੰਧ ਗਵਾਰ ਹੈ, ਤਿਸ ਦਾ ਦਿਸੇ ਔਰ ਵਾਰ ਨ ਪਾਰ। ਮਨਮੁਖ ਅਗਿਆਨੀ ਮਹਾਂ ਦੁੱਖ ਪਾਇੰਦੇ, ਡੁੱਬੇ ਹਰ ਨਾਮ ਵਿਸਾਰ। ਬਈ ਮਨਮੁਖ ਜੀਵ ਫਿਰ ਉਹਦੇ 'ਚ ਡੁੱਬਦਾ, ਭਵ ਸਾਗਰ 'ਚ ਡਿੱਗਦਾ। ਜਦੋਂ ਭਵ ਸਾਗਰ 'ਚ ਡਿੱਗਦਾ, ਮਾਲਕ ਫੇਰ ਦੇਖਦੇ ਉਹਨੂੰ ਬਈ ਹੁਣ ਡੁੱਬਣ ਲੱਗੇ ਹੈ। ਫਿਰ ਇਹਨੂੰ ਡੁੱਬਦੇ ਹੋਏ ਮਨ ਨੂੰ ਫਿਰ ਉੱਥੋਂ ਬਾਹਰ ਕੱਢ ਲੈਂਦੇ।
बाहर कढ़ के फिर मालक इनू समझाउंदे मन बई देख तैनू अकल भी दिती है, तैनू जोत भी दिती है, तू उहदा इस्तेमाल करना क्यों नहीं सिखदा। जे तू भुल गया तू सत संगत च जाके गुरु की शरण च जाके क्यों नहीं सिखदा उत्थे। जे तू इसे तरह ही रोज़ ये भव सागर च डिगदा रहा फिर जदों तेरा अंत समा आएगा तेन इथों जम कढ़ के लेके जाएंगे। महाराज फिर इनू समझाउंदे कहंदे ऐन संदले दीपक दे भव जल डूबत चिंत करे। बई दिन रात दे आने भी तेनों अकल ते जोत दी भी तू वह क्यों नहीं इस्तेमाल करता। जदों डुबदा फिर मालक नूं चिंता पैंदी फिर इनू कढ़ लैंदे। हुण जदों इनू कढ़ के मालक सामने समझाउंदा है, परमात्मा भी सामने ते अपना मन भी सामने बैठा है। हुण मालक समझा रहे है तो फिर थले नहीं देखी जाता है। इन्ना ज़्यादा प्यार इन्ना ज़्यादा मोह इधर माया दे नाल पा चुका है। घर गया होया भी इनू नहीं पता भी मैं आपदे माता पिता कोल आ गई भी मेरे माता पिता ने मैनू भव सागर चों कढ़िया। इनू इस चीज़ का ज्ञान नहीं। मालक इनू समझाउंदे ने ते फिर भी ये मालक नू नहीं देखदा, थले नू देखी जाता माया नू। फिर उत्थे माता पिता नू भी रोस हुंदा है भी हुण कट्ठे एक घर बैठे हाँ भी फिर नहीं झाकदा मेरे वाल, फिर नहीं गल सुनदा, फिर नहीं कोई वचन करदा। महाराज कहंदे एक संगत एक घरे वास्ते मिल बात ना करते भाई। भी इको संगत इको घरे बैठे हैं, उधर पिता बैठा है बच्चा बैठा है सामने, पर फिर नहीं गल करदा, फिर भी नहीं देखदा उहनूं। मालक इनू समझा रहे ते की करदा फिर उतों सीधा ही थले आउंदा, क्योंकि ध्यान तो पहले ही तो थले नूं हुंदा माया वल। फिर जदों सीधा ही थले आउंदा है सवेर नूं आके फिर उहिओ इकट्ठा करना शुरू कर दिंदा। जिस बिख यैर तो काल नूं हुक्म दे के रोज़ सानूं मालक छडाउंदा है भी ये यैर है, ये बिख है। असीं ज्यों ही सवेर नूं फिर आउंदा मन आके फिर उहिओ बिख फिर उहिओ यैर इकट्ठी करनी शुरू कर दिंदा है। फिर ऐसी अवस्था च महाराज कहंदे भी जिहड़ा मनमुख जीव है वह दिन के समय तो इत्थे दुखी रहिंदा ही है सारा दिन। जिन्ना समा इत्थे ज्यों सवेर तो उठिया जिन्ना समा उन्हें सौना नहीं उन्हें दुखी ही रहना। तो जदों फिर वो इत्थों ये देह नूं छड्ड के आपदे देश घर भी जांदा है उत्थे जाके भी दुखी हुंदा है। उत्थे जाके भी नहीं इहनूं पता भी मैं आपदे माता पिता कोल आ गई हां। इसलिए फिर महाराज फरमाउंदे उगवे दिनस आल जाल संभाले बिख माया की विस्तारी। आई रैन भया सुपनंतर बिख सुपने भी दुख सारे। मनमुख जीव इत्थे भी दुखी ते रात नूं आपदे घर गया उत्थे भी सुपना देखदा ते उत्थे भी सुपने विच ही दुखी हुंदा है। सो इस करके फिर आपां नूं समझाउंदे भी दुख का कारण है साडी अज्ञानता। दुख का कारण है असी गुरु की मत नहीं लई, इस करके असी दुखी। फिर आपां नूं समझाउंदे भी जे हुण असी गुरु की मत ले लीए, सिमरन अभ्यास करिए, साडा मन जाग पवे, फिर सानूं पता लग जांदा भी असी इस लोक दे रहण वाले नहीं, असी रहण वाले हां परलोक दे। अपना जिहड़ा असल देश है वह है बेगमपुरा शहर, जिथे कोई गम नहीं, गमां तो रहत, जिथे कोई चिंता नहीं, जिथे कोई फिक्र नहीं। उत्थे आपां आपदे माता पिता कोल हुंदे ते आनंद ही आनंद, सुख ही सुख। उत्थे आपां नूं संसार दे काम नहीं करने पैंदे। जिवें इत्थे तां आपां आउंदे आ, इत्थे आउण सार ही आपां नूं संसार दा काम करना पैंदा है। कोई काम करदा, कोई करदा है। उत्थे जदों आपां हुंदे उत्थे आपां नूं कोई काम नहीं करना पैंदा। उत्थे सुख ही सुख, आनंद ही आनंद। माता पिता की गोद दे विच कुछ नहीं करना, बस बैठे ही रहना उत्थे आनंद दे विच। ये बगाना देश है। ज्यों ही आप काल दे देश आने इत्थे
इत्थे आपां नूं काम भी करना पैंदा। इस वास्ते फिर आपां नूं समझाउंदे भी जदों सानूं भेत आ जांदा आपदे देश दा, फिर आपां मालक नूं बेनतियां करदे भी नहीं असीं तां इत्थे ही रहना चाहुंदे हां, भी असीं नहीं उत्थे जाना, भी उत्थे तां दुख ही दुख, उत्थे तां औखा बहुत है संसार दे विच। इस करके फिर गुरमुख ने जिहड़े वो भी इत्थे नहीं आउणा चाहुंदे दुबारा। जिवें गुरु गोबिंद सिंह जी महाराज अपनी बाणी 'च दसदे, कहंदे भी साडा चित्त नहीं सी करदा आउण नूं इधर, साडी जिहड़ी सुरत सी मालक दे चरनां 'च इस तरह चुभी पई सी भी साडा चित्त नहीं सी करदा भी इस लोक 'च आईए मात लोक दे विच। पर फिर भी मालक जदों गुरमुखां दी ड्यूटी ला के भेजदा फिर उन्हां नूं आउणा पैंदा। मालक दे हुकम दे विच फिर आउंदे नहीं, पर उन्हां ने दस्सिया भी साडा चित्त नहीं सी करदा। चित्त ना भयो मोहि आवन को, चुभी रही सुरत प्रभ चरणन में, भी साडे मालक दे चरनां दे विच लीन होए बैठे सी, आउण नूं चित्त नहीं सी करदा, पर फिर भी जदों मालक ने भेजिया तो फिर आए। इसे तरह ही जदों हुण आपां नूं समझाउंदे भी आपां नूं भेत आ जाएगा मालक दे चरनां दा नाम दे नाल आपां जुड़ जांगे, फिर अपना चित्त भी नहीं करदा भी असीं इस संसार दे विच आईए, भी इधर तो दुख है संसार दे विच, मात लोक दे विच, अपने घर दे विच सुख ही सुख है, आनंद ही आनंद है। हुण एक बार अपना मन वो सुख आनंद की प्राप्ति कर लवे, फिर उहिओ सुख भालदा है भी वो सुख आनंद बनिया ही रहे सदा मेरा। फिर इहनूं कहण की लोड़ नहीं पैंदी भी सिमरन कर, सत संगत कर, फिर ये आपदे आप ही करदा रहिंदा। इहनूं पता लग जांदा भी मैं किसी होर वास्ते नहीं करना, भी ये तो मैं आपदे वास्ते करना है। इस वास्ते महाराज कहंदे घर सुख वसिया बाहर सुख पाया, कहो नानक गुर मंत्र दिरड़ाया। भी एक बार असीं आपदे घर का सुख देख लीए, फिर जदों घर तो बाहर आउंदे फिर उहिओ सुख भालदे हैं भी जिहड़ियां सुख सहूलतां साडे घर च ने, साडे माता पिता ने रखियां, उहिओ सुख सहूलतां सानूं बाहर भी मिलण जदों घर तो आईए। फिर सानूं ओह गुरमंत्र नूं दृढ़ करना पैंदा, फिर सिमरन करना पैंदा। हुण इसे करके आपां इह सिमरन करदे हां भी ताकि साडा मन एक बार घर चला जाए, एक बार घर का सुख, घर का आनंद ले लवे, फिर इन्हूं वो सुख नहीं भुलदा, फिर बार बार उत्थे ही जांदा भी जिथे सुख है उत्थे ही जाना। फिर इन्हूं फटाफट काहली हुंदी भी किहड़ा समा होवे इधरों विहला होवां ते घर जावां फटाफट। जिवें आपां संसार च देखदे जीव कर्म करन जांदे बाहर, जदों कर्म तो विहले हुंदे उन्हां दी इच्छा हुंदी जिहदे घर दे विच सुख है भी फटाफट मैं घरे ही जावां। तो इसे तरह ही जिहड़ा अपने मन का असल घर है उत्थे तां इन्ना सुख इन्ना आनंद है। तो इधर फिर जदों आपां किरत करन वास्ते आउंदे हां, जदों सानूं थोड़ा जिहा समा मिलदा देखिया भी हुण विहले हां, तो उदों ही गुरमुख फटाफट घरे चले जांदे भी घर जाके घर का आनंद लईए, सुख लईए, उत्थे जाके बैठ जांदे। जदों फिर देखते भी हुण कुछ करना है तो घरों फिर इधर आ जाते। सो इसे नूं फिर कहिंदे भी उन्हां दा जिहड़ा खेल बन गया आउण जाण दा, आउण जाण एक खेल बनाया उन्हां वास्ते खेल। सो आपां नूं भी हुण कहिंदे भी आपां भी अपने घर का सुख लैण वास्ते ये सिमरन अभ्यास करना ताकि साडा मन सही दे विच आवे, आपदे घर जावे। आओ हुण किवें साडे मन ने घर जाना, उहदे वास्ते जो सच्चे पातशाह आपां नूं एहसास गिरास सिमरन दसदे ने। आओ सारे गुरमुख प्यारे करो जी शुरू। वाहिगुरू 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 वाहिगुरू
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਉਂ-ਜਿਉਂ ਆਪ ਇਹ ਅਭਿਆਸ ਕਰਦੇ ਹਾਂ, ਨਾਲ ਨਾਲ ਆਪਣੇ ਮਨ ਨੂੰ ਗੁਰੂ ਦੀ ਮੱਤ ਦਿੰਦੇ ਹਾਂ, ਫਿਰ ਆਪਣਾ ਜਿਹੜਾ ਪਿਆਰ ਉਹ ਮਾਲਕ ਦੇ ਨਾਲ ਪੈਂਦਾ ਹੈ। ਪਹਿਲਾਂ ਆਪਾਂ ਪਿਆਰ ਪਾਇਆ ਸੀ ਸੰਸਾਰ ਦੇ ਨਾਲ, ਮਾਇਆ ਦੇ ਨਾਲ, ਮਾਲਕ ਨੂੰ ਪਰਾਇਆ ਸਮਝਦੇ ਸੀ, ਜਿਸ ਨੂੰ ਮਾਰੇ ਕਹਿੰਦੇ ਸੀ ਸਤ ਕੰਚਨ ਸਿਉ ਹੇਤ ਵਧਾਇਆ, ਸਭ ਕੁਝ ਆਪਣਾ ਇੱਕ ਰਾਮ ਪਰਾਇਆ। ਪਹਿਲਾਂ ਮਾਲਕ ਨੂੰ ਪਰਾਇਆ ਸਮਝਦੇ ਸੀ, ਬਾਕੀਆਂ ਨੂੰ ਕਹਿੰਦੇ ਸੀ ਇਹੋ ਸਾਡੇ ਨੇ। ਜਦੋਂ ਆਪਾਂ ਨੂੰ ਸੋਝੀ ਹੁੰਦੀ ਫਿਰ ਪਤਾ ਲੱਗਦਾ ਵੀ ਸਾਡਾ ਤਾਂ ਇੱਕ ਪਰਮਾਤਮਾ ਹੀ ਹੈ, ਬਾਕੀ ਦਾ ਸਾਰਾ ਕੁਛ ਬੇਗਾਨਾ ਹੀ ਹੈ। ਬਈ ਜਿੰਨਾ ਪ੍ਰੇਮ ਸਾਨੂੰ ਪਰਮਾਤਮਾ ਨਿਰੰਕਾਰ ਕਰਦਾ, ਸੰਸਾਰ ਦੇ ਵਿੱਚ ਹੋਰ ਆਪਾਂ ਨੂੰ ਕੋਈ ਓਨਾ ਪਿਆਰ ਨਹੀਂ ਕਰ ਸਕਦਾ। ਚਾਹੇ ਆਪਣੇ ਮਾਤਾ ਪਿਤਾ ਨੇ, ਭੈਣ ਭਰਾ ਨੇ, ਸੰਗੀ ਸਾਥੀ ਨੇ, ਕੋਈ ਆਪਾਂ ਨੂੰ ਪਿਆਰ ਨਹੀਂ ਇੰਨਾ ਕਰਦਾ ਜਿੰਨਾ ਮਾਲਕ ਕਰਦਾ। ਇਸ ਲਈ ਮਾਰੇ ਫਰਮਾਉਂਦੇ ਗਸਾਈ ਮਹਿੰਡਾ ਈਠੜਾ, ਆਮਾਂਬੇ ਥਾਮੋ ਮਿੱਠੜਾ, ਭੈਣ ਭਾਈ ਸਭ ਸੱਜਣਾ, ਤੁਧ ਜਿਹਾ ਨਾਹੀਂ ਕੋਈ ਜੀਅ। ਬਈ ਤੇਰੇ ਵਰਗਾ ਹੋਰ ਕੋਈ ਹੈ ਹੀ ਨਹੀਂ, ਬਈ ਤੇਰੇ ਵਰਗਾ ਤਾਂ ਤੂੰ ਹੀ ਹੈ। ਇਸ ਲਈ ਮਹਾਰਾਜ ਕਹਿੰਦੇ ਹਰ ਜਿਹਾ ਪੁਰਖ ਨ ਲੱਭਈ, ਸਭ ਦੇਖਿਆ ਜਗਤ ਮੈਂ ਟੋਲੇ। ਬਈ ਅਸੀਂ ਸੱਜਣ ਲੱਭਦੇ ਸੀ ਬਾਹਰ,
ਤੇ ਜਦੋਂ ਭੇਦ ਆਇਆ ਸੱਜਣ ਤਾਂ ਸਾਡੇ ਨਾਲ ਹੀ ਹੈ, ਉਹ ਤਾਂ ਸਾਤੋਂ ਦੂਰ ਹੁੰਦਾ ਹੀ ਨਹੀਂ ਕਦੇ। ਇਸ ਲਈ ਮਹਾਰਾਜ ਕਹਿੰਦੇ ਹਉ ਢੰਡੇ ਦੀ ਸੱਜਣ ਸੱਜਣ ਮੈਂਡੇ ਨਾਲ। ਪਹਿਲਾਂ ਸੱਜਣ ਲੱਭਦੇ ਸੀ, ਪਤਾ ਨਹੀਂ ਕਿੱਥੇ ਹੈ। ਫੇਰ ਭੇਦ ਆਇਆ ਵੀ ਉਹ ਸੱਜਣ ਨੇ ਤਾਂ ਸਾਨੂੰ ਕਦੇ ਇਕੱਲਾ ਛੱਡਿਆ ਹੀ ਨਹੀਂ, ਉਹ ਤਾਂ ਸਾਡੇ ਅੰਦਰ ਵੀ ਹੈ ਅਤੇ ਬਾਹਰ ਵੀ ਚਾਰ ਚੁਫੇਰੇ ਮੌਜੂਦ ਹੈ। ਪਹਿਲਾਂ ਆਪਾਂ ਹੀ ਅੱਖਾਂ ਬੰਦ ਕੀਤੀਆਂ ਸੀ, ਮਨ ਸੁੱਤਾ ਪਿਆ ਸੀ, ਇਸ ਕਰਕੇ ਉਹ ਸੱਜਣ ਨਾਲ ਦਿਖਦਾ ਨਹੀਂ ਸੀ। ਜਦੋਂ ਆਪਣਾ ਮਨ ਜਾਗ ਪੈਂਦਾ ਭੇਦ ਆ ਜਾਂਦਾ ਹੈ, ਅਤੇ ਫਿਰ ਪਤਾ ਲੱਗਦਾ ਵੀ ਮਾਲਕ ਹੀ ਸਾਡੇ ਨੇੜੇ ਹੈ ਸਭ ਤੋਂ। ਇਹ ਆਪਣੇ ਹੱਥ ਵੀ ਦੂਰ ਨੇ, ਉਹ ਸਾਡੇ ਹੱਥਾਂ ਤੋਂ ਵੀ ਨੇੜੇ ਵੱਸਦਾ। ਕਹੋ ਰਵਿਦਾਸ ਹੱਥ ਪੈ ਨੇੜੇ। ਹੁਣ ਆਪਣੇ ਇੰਨਾ ਨੇੜੇ ਹੈ ਅਤੇ ਇਸ ਕਰਕੇ ਫਿਰ ਕਹਿੰਦੇ ਵੀ ਉਹ ਸਾਡਾ ਅਸਲ ਸੱਜਣ ਹੈ। ਅਤੇ ਜਦੋਂ ਆਪਾਂ ਉਹਦੇ ਸਨਮੁਖ ਹੋ ਕੇ ਬਹਿੰਦੇ ਫਿਰ ਉਦੋਂ ਆਪਣਾ ਮਨ ਜਿਹੜਾ ਉਹ ਸੋਹਣਾ ਲੱਗਦਾ। ਇਸ ਲਈ ਮਹਾਰਾਜ ਕਹਿੰਦੇ ਨੇ ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੇ ਸਾਹੋ, ਜਿਸ ਪਾਸ ਬੈਠੇ ਹਾਂ ਸੋਹੀ ਹੈ ਸਭਨਾਂ ਦਾ ਵੀ ਸਾਹ। ਉਹ ਇਸ ਵਾਸਤੇ ਆਪਾਂ ਹੁਣ ਸਾਰਿਆਂ ਨੇ ਕੋਸ਼ਿਸ਼ ਕਰਨੀ ਵੀ ਜੋ ਆਪਣਾ ਮਾਤਾ ਪਿਤਾ ਨਿਰੰਕਾਰ ਵਾਹਿਗੁਰੂ ਉਹਦੇ ਨਾਲ ਆਪਾਂ ਮਿਲਾਪ ਕਰੀਏ, ਉਹਦੇ ਸਨਮੁਖ ਹੋਈਏ, ਉਹਦੇ ਦਰਸ਼ਨ ਕਰੀਏ, ਉਹਨੂੰ ਮਿਲੀਏ। ਉਹਦੇ ਵਾਸਤੇ ਆਪਾਂ ਵੱਧ ਤੋਂ ਵੱਧ ਸਿਮਰਨ ਕਰਨਾ। ਜਦੋਂ ਆਪਾਂ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਖੋਜਣਾ ਵਿਚਾਰਨਾ ਅਤੇ ਵੱਧ ਤੋਂ ਵੱਧ ਆਪਾਂ ਸਤ ਸੰਗਤ ਕਰਨੀ ਹੈ। ਇਹ ਜੋ ਸਾਰਾ ਭੇਦ ਗੁਰਬਾਣੀ ਗੁਰੂ ਦੁਆਰਾ ਆਪਾਂ ਨੂੰ ਦਿੱਤਾ ਮਹਾਂਪੁਰਖਾਂ ਨੇ, ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਧਰਮਾਲਾ, ਵੀ ਜੋ ਆਪਣੇ ਜੀਵਨ ਦਾ ਮਕਸਦ ਹੈ, ਸਾਰਿਆਂ ਦਾ ਮਨੋਰਥ ਹੈ ਪਰਮਾਤਮਾ ਨਿਰੰਕਾਰ ਨੂੰ ਮਿਲਣਾ। ਕਿਵੇਂ ਆਪਾਂ ਮਿਲ ਸਕਦੇ ਹਾਂ, ਉਹ ਆਪਾਂ ਨੂੰ ਸਾਰਾ ਗੁਰਬਾਣੀ ਗੁਰੂ ਵਿੱਚ 1430 ਅੰਗ ਵਿੱਚ ਇਹੋ ਭੇਦ ਦਿੱਤਾ ਜਾ ਰਿਹਾ ਹੈ। ਸੋ ਇਸ ਵਾਸਤੇ ਆਪਾਂ ਜਦੋਂ ਖੋਜੀ ਬਣ ਕੇ ਚੱਲਾਂਗੇ, ਖੋਜਾਂਗੇ, ਅਤੇ ਆਪਣਾ ਮਨ ਪਾਸੇ ਨਹੀਂ ਜਾਏਗਾ ਅਤੇ ਆਪਾਂ ਨੂੰ ਸਾਰੀ ਸੋਝੀ ਆ ਜਾਏਗੀ। ਸੋ ਇੰਨੀਆਂ ਬੇਨਤੀਆਂ, ਇੰਨੇ ਵਿਚਾਰ ਕਰਦਿਆਂ ਹੋਇਆਂ ਜੇ ਕੋਈ ਐਸਾ ਸ਼ਬਦ ਬੋਲਿਆ ਗਿਆ ਹੋਵੇ ਸੰਗਤ ਅਤੇ ਸਤਿਗੁਰੂ ਬਖਸ਼ਣ ਯੋਗ ਨੇ ਬਖਸ਼ ਲੈਣਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।